ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਇਹ ਦੇ ਦਈਏ ਕਿ ਅੱਜ ਜਿਹੜੇ ਸ਼ੌਨ ਫਰੇਜ਼ਰ ਨੇ ਯਾਨੀ ਕਿ ਇਮੀਗ੍ਰੇਸ਼ਨ ਮੰਤਰੀ ਨੇ, ਉਹਨਾਂ ਦੇ ਵੱਲੋਂ ਕਈ ਕੈਟਾਗਰੀਜ਼ ਦੇ ਲਈ ਅਪਡੇਟ ਜਾਰੀ ਕੀਤਾ ਗਿਆ, ਜਿਹਦੇ ਵਿੱਚ TR to PR, ਵਰਕ ਪਰਮਿਟ ਵਾਲੇ, ਸਪਾਊਸ ਕੇਸਿਸ, ਇਸ ਤੋਂ ਇਲਾਵਾ ਜਿਹੜੇ ਸਟੱਡੀ ਪਰਮਿਟ ਵਾਲੇ ਨੇ ਤੇ ਹੋਰ ਜਿਹੜੇ ਕੇਸਿਸ ਹੈਗੇ ਨੇ, ਖਾਸ ਕਰਕੇ ਜਿਹੜੀ ਕੈਟਾਗਰੀ ਦੇ ਵਿੱਚ ਵਿਜ਼ਟਰ ਵੀਜ਼ਾ ਵਾਲੇ ਵੀ ਆ ਜਾਂਦੇ ਨੇ, ਉਹਨਾਂ ਦੇ ਵਿੱਚ ਕਾਫੀ ਸਾਰੇ ਅੱਜ ਬਦਲਾਅ ਦੀ ਅਨਾਊਂਸਮੈਂਟ ਕੀਤੀ ਗਈ ਹੈ। ਉਹ ਬਦਲਾਅ ਕੀ ਨੇ, ਕਿਹੜੀ ਕੈਟਾਗਰੀ ਵਿੱਚ ਕੀ ਹੋਣ ਜਾ ਰਿਹਾ ਹੈ ਤੇ ਸਪੈਸ਼ਲੀ ਜਿਹੜੇ ਸਿਟੀਜ਼ਨਸ਼ਿਪ ਜਿਹੜੀ ਸੈਰੇਮਨੀ ਹੁੰਦੀ ਹੈ ਉਹਦੇ ਵਿੱਚ ਜਿਹੜੀ ਇਹ ਸਮਾਂ ਤਬਦੀਲੀ ਕਿਵੇਂ ਕੀਤੀ ਗਈ ਹੈ, ਕਿਵੇਂ ਹੁਣ ਫਾਈਲਾਂ ਚੱਕੀਆਂ ਜਾਣਗੀਆਂ, ਕਿਵੇਂ ਬੈਕਲੌਗ ਨੂੰ ਕੰਪਲੀਟ ਕੀਤਾ ਜਾਏਗਾ, ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਤੇ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਇਮੀਗ੍ਰੇਸ਼ਨ ਕੰਸਲਟੈਂਟ ਸਾਡੇ ਨਾਲ ਜੁੜਨਗੇ, ਜਿਸ ਸੰਬੰਧੀ ਨਾਲ ਗੱਲਬਾਤ ਵੀ ਕੀਤੀ, ਵਿਸਥਾਰ ਦੇ ਨਾਲ ਦਿਖਾਵਾਂਗੇ। ਸੋ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਅਹਿਮ ਖਬਰ ਇਹ ਦੱਸ ਦਈਏ ਕਿ ਇਸ ਵੇਲੇ ਟਰੱਕਰਸ ਜਿਹੜੇ ਨੇ, ਯਾਨੀ ਕਿ ਜਿਹੜਾ ਫਰੀडम ਕਾਫਲਾ ਟਰੱਕਰਸ ਦਾ, ਉਹ ਬੈਠਾ ਹੋਇਆ ਪਾਰਲੀਮੈਂਟ ਹਿਲ ਦੇ ਕੋਲ, ਔਰ ਅਜਿਹੇ ਦੇ ਵਿੱਚ ਜਿਹੜਾ ਮੰਗਿਆ ਜਾ ਰਿਹਾ ਸੀ ਅਸਤੀਫਾ, ਜਿਹੜੇ ਪ੍ਰਦਰਸ਼ਨਕਾਰੀ ਟਰੱਕਰਸ ਨੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਨਾਲ ਦੀ ਨਾਲ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਜਿਨ੍ਹਾਂ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹਨਾਂ ਦੇ ਕੋਲ ਹਜੇ ਸਮਾਂ ਨਹੀਂ ਹੈ, ਹਜੇ ਉਹ ਜਿਹੜੇ ਟਰੱਕਰਸ ਨੇ ਉਹਨਾਂ ਨੂੰ ਨਹੀਂ ਮਿਲ ਸਕਦੇ। ਇਸ ਤੋਂ ਇਲਾਵਾ ਦੱਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦਾ ਵੈਕਸੀਨ ਮੈਂਡੇਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਮਿਲਣ ਦਾ ਇਰਾਦਾ ਨਹੀਂ ਹੈ। ਟਰੂਡੋ ਦਾ ਕਹਿਣਾ ਹੈ ਕਿ ਪਹਿਲਾਂ ਉਹ ਰੈਲੀਆਂ ਦਾ ਹਿੱਸਾ ਬਣਦੇ ਰਹੇ ਨੇ, ਪਰ ਇਸ ਵਾਰ ਉਹ ਪ੍ਰਦਰਸ਼ਨਾਂ ਦਾ ਹਿੱਸਾ ਨਹੀਂ ਬਣਨਗੇ। ਉਹਨਾਂ ਕਿਹਾ ਕਿ ਪ੍ਰਦਰਸ਼ਨਾਂ ਦੇ ਦੌਰਾਨ ਨਫ਼ਰਤ ਭਰੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਤੇ ਸਾਥੀ ਨਾਗਰਿਕਾਂ ਦੇ ਵਿਰੁੱਧ ਹਿੰਸਾ ਦਰਸਾਈ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਸਿਆਸਤਦਾਨਾਂ ਨੂੰ ਵੀ ਬਚਾਅ ਕਰਨ ਦੀ ਲੋੜ ਹੈ ਜੋ ਕਿ ਲੋਕਾਂ ਦੇ ਡਰ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਟਰੂਡੋ ਨੇ ਕਿਹਾ ਕਿ ਦੇਸ਼ ਵਾਸੀ ਜਾਣਦੇ ਨੇ ਕਿ ਉਹਨਾਂ ਦਾ ਕੀ ਸਟੈਂਡ ਹੈ ਤੇ ਹੋਰ ਸਿਆਸਤਦਾਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਉਹ ਕਿਸ ਦੇ ਲਈ ਸਟੈਂਡ ਲੈ ਰਹੇ ਨੇ। ਹਾਲਾਂਕਿ ਟਰੂਡੋ ਨੇ ਕਿਹਾ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੇ ਲੋਕਾਂ ਦੇ ਹੱਕ ਦੇ ਵਿਰੁੱਧ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਦਾ ਹਿੱਸਾ ਬਣਨ ਵਾਲੇ ਜਿਹੜੇ ਲੋਕਾਂ ਨੂੰ ਲੱਗਦਾ ਹੋਵੇ ਕਿ ਗਲਤੀ ਕਰ ਬੈਠੇ ਨੇ, ਉਹ ਬੇਝਿਜਕ ਆਪਣੇ ਘਰਾਂ ਨੂੰ ਵਾਪਸ ਘਰ ਪਰਤ ਜਾਣ। ਉਧਰ ਆਟਵਾ ਦੇ ਵਿੱਚ ਇਸ ਵੇਲੇ ਸਥਿਤੀ ਕੀ ਹੈ, ਕੀ ਹਾਊਸ ਆਫ ਕਾਮਨਸ ਦਾ ਕੰਮ ਜਾਰੀ ਹੋ ਪਾਏਗਾ, ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ। ਪਰ ਫਿਲਹਾਲ ਜਿਹੜੇ ਮੈਂਬਰ ਨੇ ਸੰਸਦ ਦੇ, ਉਹਨਾਂ ਨੇ ਕਹਿ ਦਿੱਤਾ ਹੈ ਸੋਮਵਾਰ ਤੋਂ, ਯਾਨੀ ਕਿ ਪਾਰਲੀਮੈਂਟ ਜਿਹੜੀ ਹੈ, ਸੰਸਦ ਜਿਹੜੀ ਹੈ, ਉਸ ਨੂੰ ਚੱਲਣ ਦੇ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਤੇ ਇਸ਼ਾਰਾ ਦੇ ਦਿੱਤਾ ਕਿ ਜਿਹੜੇ ਸੰਸਦ ਦੇ ਕੰਮ ਨੇ ਉਹ ਇਸ ਪ੍ਰਦਰਸ਼ਨ ਦੇ ਨਾਲ ਨਹੀਂ ਰੁਕਣਗੇ, ਕਿਉਂਕਿ ਸਰਕਾਰ ਦੁਆਰਾ ਲਗਾਏ ਗਏ ਕੋਵਿਡ-19 ਦੇ ਉਪਾਵਾਂ ਦੇ ਖਿਲਾਫ ਪਾਰਲੀਮੈਂਟ ਹਿੱਲ ਵਿਰੋਧ ਆਪਣੇ ਤੀਜੇ ਪੂਰੇ ਦਿਨ ਦੇ ਵਿੱਚ ਵੀ ਦਾਖਲ ਹੁੰਦਾ ਦਿਖਾਈ ਦਿੱਤਾ। ਵੀਕਐਂਡ ਤੇ ਆਟਵਾ ਨੂੰ ਬੰਦ ਕਰਨ ਵਾਲੇ ਬਹੁਤ ਸਾਰੇ ਹੋਰਨ ਵਜਾਉਣ ਵਾਲੇ ਪ੍ਰਦਰਸ਼ਨਕਾਰੀਆਂ ਨੇ ਉਭਰਨ ਦੇ ਕੋਈ ਸੰਕੇਤ ਨਹੀਂ ਦਿਖਾਏ, ਕਿਉਂਕਿ ਸੰਸਦ ਮੈਂਬਰ ਕਾਰੋਬਾਰ ਤੇ ਸਕੂਲ ਪ੍ਰਬੰਧਨ ਹੈਰਾਨ ਰਹਿ ਗਏ ਸਨ ਕਿ ਭੜਕੇ ਹੋਏ ਰਾਸ਼ਟਰੀ ਰਾਜਧਾਨੀ ਦੀ ਆਮ ਰਫ਼ਤਾਰ ਸ਼ੁਰੂ ਕਦੋਂ ਹੋਵੇਗੀ। ਸਰਕਾਰ ਸਦਨ ਦੇ ਨੇਤਾ ਮਾਰਕ ਹਾਲੈਂਡ ਦਾ ਬੁਲਾਰੇ ਅਲੈਗਜ਼ੈਂਡਰਾ ਨੇ ਕਿਹਾ ਕਿ ਚੱਲ ਰਿਹਾ ਵਿਰੋਧ ਸੰਸਦੀ ਕੰਮਕਾਜ ਵਿੱਚ ਦਾਖਲ ਨਹੀਂ ਦੇ ਰਿਹਾ ਹੈ। ਉਹਨਾਂ ਕਿਹਾ ਸਾਡੇ ਕੋਲ ਕੈਨੇਡੀਅਨਾਂ ਦੇ ਕੰਮ ਕਰਨ ਦੇ ਲਈ ਮਹੱਤਵਪੂਰਨ ਸਮਾਂ ਹੈ। ਉਹਨਾਂ ਨੋਟ ਕੀਤਾ ਕਿ ਸੰਸਦ ਮੈਂਬਰਾਂ ਦੇ ਕੋਲ ਇਸ ਬੈਠਕ ਦੇ ਵਿੱਚ ਇੱਕ ਹਾਈਬ੍ਰਿਡ ਸਦਨ ਦੇ ਵਿੱਚ ਕੰਮ ਕਰਨ ਦੀ ਫਲੈਕਸੀਬਿਲਿਟੀ ਹੈ, ਜੋ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਵਿੱਚ ਸਹਾਇਤਾ ਲਈ ਜੂਨ ਤੱਕ ਪ੍ਰਭਾਵੀ ਰਹਿੰਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਨਿੱਜੀ ਸੁਰੱਖਿਆ ਨੂੰ ਬਰਕਰਾਰ ਕਰਨ ਦੇ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਸੋ ਜਿਸ ਖਬਰ ਦਾ ਸਾਰਿਆਂ ਨੂੰ ਇੰਤਜ਼ਾਰ ਸੀਗਾ ਉਹ ਸੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕੀ ਤਬਦੀਲੀਆਂ ਨਜ਼ਰ ਆ ਰਹੀਆਂ ਨੇ। ਸੋ ਅੱਜ ਹੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਸ਼ੌਨ ਫਰੇਜ਼ਰ ਦੇ ਵੱਲੋਂ ਅਪਡੇਟ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਸਿਸਟਮ ਨੂੰ ਮੋਡਰੇਟ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ TR to PR ਕੈਟਾਗਰੀ, ਵਰਕ ਪਰਮਿਟ ਵਾਲੇ ਨੇ ਜਿਹੜੇ, ਸਟੂਡੈਂਟ ਵੀਜ਼ਾ ਜਿਹੜੇ ਨੇ ਯਾਨੀ ਕਿ ਸਟੱਡੀ ਪਰਮਿਟ ਜਿਹੜੇ ਹੈਗੇ ਨੇ, ਤੇ ਇਸ ਤੋਂ ਇਲਾਵਾ ਸਪਾਊਸ ਕੇਸਿਸ ਤੇ ਵਿਜ਼ਟਰ ਵੀਜ਼ਾ ਵਾਲੇ ਜਿਹੜੇ ਨੇ, ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਔਰ ਖਾਸ ਤੌਰ ਦੇ ਉੱਤੇ ਗੱਲ ਵੱਲ ਵੀ ਧਿਆਨ ਦਿੱਤਾ ਗਿਆ ਕਿ ਜਿਹੜੇ ਸਿਟੀਜ਼ਨਸ਼ਿਪ ਦਾ ਇੰਤਜ਼ਾਰ ਕਰ ਰਹੇ ਨੇ ਉਸ ਸਿਸਟਮ ਦੇ ਵਿੱਚ ਵੀ ਹੈ, ਉਸ ਪ੍ਰੋਸੈਸ ਦੇ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਵੇਲੇ ਜਿਹੜੇ ਕੰਸਲਟੈਂਟ ਨੇ ਇਮੀਗ੍ਰੇਸ਼ਨ ਦੇ ਵੱਲੋਂ, ਯਾਨੀ ਕਿ ਗੁਰਵਿੰਦਰ ਕਾਲੋ, ਉਹ ਸਾਡੇ ਨਾਲ ਜੁੜਨ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਇਸ ਸੰਬੰਧੀ ਅਸੀਂ ਜਾਣਕਾਰੀ ਜਿਹੜੀ ਹੈ ਉਹ ਵਿਸਥਾਰ ਦੇ ਨਾਲ ਹਾਸਲ ਕੀਤੀ। ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਉਹ ਕੀ ਕੁਝ ਕਹਿੰਦੇ ਨਜ਼ਰ ਆਏ। ਸਤਿ ਸ਼੍ਰੀ ਅਕਾਲ ਜੀ। ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਜਿਹੜੀਆਂ ਅਨਾਊਂਸਮੈਂਟਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਕਰ ਦਿੱਤਾ ਗਿਆ, ਔਰ ਕਾਫੀ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਕੀਤੀਆਂ ਗਈਆਂ ਨੇ, ਜਿਸ ਸੰਬੰਧੀ ਗੱਲਬਾਤ ਕਰਾਂਗੇ। ਗੁਰਿੰਦਰ ਕਾਲੋ ਇਸ ਵੇਲੇ ਕੰਸਲਟੈਂਟ ਸਾਡੇ ਨਾਲ ਜੁੜੇ ਹੋਏ ਨੇ। ਗੁਰਿੰਦਰ, ਜਿਸ ਚੀਜ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਵੱਡੀ ਅਨਾਊਂਸਮੈਂਟ ਕੋਈ ਹੋਣ ਜਾ ਰਹੀ ਹੈ ਇਮੀਗ੍ਰੇਸ਼ਨ ਦੇ ਵਿੱਚ, ਸੋ ਅੱਜ ਕੀ ਕੁਝ ਖਾਸ ਅਪਡੇਟ ਆਏ ਹੈਗੇ ਨੇ ਤੇ ਕਿਹੜੀ ਕੈਟਾਗਰੀ ਦੇ ਲਈ ਆਏ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਚੈਨਲ ਪੰਜਾਬੀ ਦੇ ਦੇਖਣ ਵਾਲੇ ਦਰਸ਼ਕ। ਅੱਜ ਸਵੇਰੇ ਸ਼ੌਨ ਫਰੇਜ਼ਰ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਊਂਸਮੈਂਟਸ ਕੀਤੀਆਂ ਫॉर PR permanent residents, TR temporary resident ਜਿੱਥੇ ਆਉਂਦਾ ਸਟੱਡੀ ਪਰਮਿਟ ਐਂਡ ਵਰਕਰਸ।
ਐਂਡ ਸਿਟੀਜ਼ਨਸ਼ਿਪ। ਇਹ ਅੱਜ ਜਿਹੜੀ ਅਨਾਊਂਸਮੈਂਟ ਕੀਤੀ ਉਹ ਮਾਡਰਨਾਈਜ਼ ਟੂ ਇਮੀਗ੍ਰੇਸ਼ਨ ਪ੍ਰੋਸੈਸ। ਇਹ ਨਾਲ ਜਿਹੜਾ ਬੈਕਲੌਗ ਸਾਰਾ ਕੁਝ ਆ ਉਹ ਐਲੀਮੀਨੇਟ ਕਰਕੇ ਸਮਰ ਤੱਕ ਉਹ ਚਾਹੁੰਦੇ ਕਿ ਹੋਰ ਐਪਲੀਕੇਸ਼ਨਸ ਹੋਰ ਪ੍ਰੋਗਰਾਮਸ ਸ਼ੁਰੂ ਹੋਣ। ਜਿਹੜਾ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਅੱਜ ਪਰਮਨੈਂਟ ਰੈਜ਼ੀਡੈਂਸ 'ਚ, ਉਹ 'ਚ ਨਿਊ ਪੋਰਟਲ ਉਹ ਕਰ ਰਿਹਾ ਟੂ ਰਿਸੀਵ ਇਮੀਗ੍ਰੇਸ਼ਨ ਫਾਈਲਸ, ਜਿਹਦੇ ਵਿੱਚ ਤੁਸੀਂ ਆਪਣੀ ਫਾਈਲਸ ਟਰੈਕ ਕਰ ਸਕਦੇ, ਮੋਰ ਟਰਾਂਸਪੇਰੈਂਸੀ ਹੋਊਗੀ, ਤੁਹਾਨੂੰ ਅਪ ਟੂ ਡੇਟਸ ਫਰੀਕੁਐਂਟ ਅਪ ਟੂ ਡੇਟਸ ਆ ਜੂਗੇ। ਹਾਂ, ਫਿਰ ਜਿਹੜੀ ਰਿਮੇਨਿੰਗ ਐਪਲੀਕੇਸ਼ਨਸ ਨੂੰ ਫੇਸ ਆਊਟ ਕਰਕੇ ਨਵੀਆਂ ਐਪਲੀਕੇਸ਼ਨਸ ਹੋਰ ਐਕਸੈਪਟੈਂਸ ਕਰੂਗੇ। ਫਿਰ ਨਿਊ ਫੈਮਿਲੀ ਕਲਾਸ ਐਂਡ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਐਪਲੀਕੇਸ਼ਨਸ ਨੂੰ ਉਹ ਪ੍ਰਾਇਓਰਟਾਈਜ਼ ਕਰ ਰਹੇ ਆ ਕਿ ਫੈਮਿਲੀ ਯੂਨੀਫਿਕੇਸ਼ਨ ਹੋ ਜਾਏ। ਸਪਾਊਸਲ ਕੈਟਾਗਰੀਜ਼ ਜਿਹੜੇ ਬਹੁਤ ਜ਼ਿਆਦਾ ਬੈਕਲੌਗ ਆ ਸਪਾਊਸਲ ਕੈਟਾਗਰੀਜ਼ 'ਤੇ, ਉਹ ਟਰਾਈ ਕਰ ਰਹੇ ਕਿ ਜਿਹੜੀ ਸਪਾਊਸਲ ਐਪਲੀਕੇਸ਼ਨ ਵਿਦਿਨ 12 ਮੰਥਸ ਅਪਡੇਟ ਹੋ ਜਾਵੇ। ਤਾਂ ਫੈਬਰਰੀ ਦੇ ਵਿੱਚ ਇੱਕ ਨਿਊ ਪੋਰਟਲ ਸਟਾਰਟ ਕਰ ਰਹੇ ਫॉर ਸਪਾਊਸਲ ਐਪਲੀਕੇਸ਼ਨਸ, ਜਿਹਦੇ ਵਿੱਚ ਅਪਡੇਟਸ ਆਉਗੇ, ਸਟੇਟਸ ਅਪਡੇਟਸ ਤੁਹਾਡੀ ਐਪਲੀਕੇਸ਼ਨ ਦਾ, ਐਂਡ ਜੋ ਰਿਕੁਆਇਰਮੈਂਟਸ ਆ ਅਪ ਟੂ ਡੇਟ ਫਾਈਲ ਦੇ ਉੱਤੇ ਪ੍ਰੋਸੈਸਿੰਗ ਜਿੰਨੀ ਹੋ ਰਹੀ ਉਹ ਹੋਊਗੀ। ਫਿਰ ਪੀ ਆਰ ਐਪਲੀਕੇਸ਼ਨਸ ਜਿਹੜੀਆਂ ਉਹ ਪੇਪਰ ਬੇਸਡ ਜਿਹੜੀਆਂ ਸੀਗੀਆਂ ਉਹ ਸਾਰੀਆਂ ਆਨਲਾਈਨ ਬੇਸਡ ਕਰ ਰਹੇ ਕਿ ਜਿਹੜਾ ਕੋਵਿਡ ਰਿਲੇਟਡ ਇਸ਼ੂਜ਼ ਹੋ ਰਹੇ ਸੀ ਪਹਿਲਾਂ ਉਹ ਸਾਰਾ ਐਲੀਮੀਨੇਟ ਕਰ ਦੇਣ। ਇਹ ਸਾਰਾ ਸੀਗਾ ਪਰਮਨੈਂਟ ਰੈਜ਼ੀਡੈਂਸ 'ਤੇ। ਹਾਂਜੀ। ਸੋ ਹੋਰ ਕੈਟਾਗਰੀ ਲਈ ਜਿਹੜੀ ਹੈ ਕੀ ਅਨਾਉਂਸਮੈਂਟ ਕੀਤੀ ਗਈ, ਕਿਉਂਕਿ ਬੈਕਲੌਗ ਬੜੀ ਵੱਡੀ ਚਿੰਤਾ ਸੀ ਵੀ ਜਿਹੜਾ ਬੈਕਲੌਗ ਹੈ ਹੁਣ ਉਹਨੂੰ ਪੋਲਿਸ਼ ਕਰਨਾ ਜ਼ਰੂਰੀ ਹੈਗਾ, ਤੇ ਬੈਕਲੌਗ ਦੇ ਵਿੱਚ ਹੁਣ ਕਿਹੜੀ ਕੈਟਾਗਰੀ ਹੋਰ ਹੈ ਜਿਹਨੂੰ ਰਾਹਤ ਕਹਿ ਸਕਦੇ ਆ ਮਿਲਦੀ ਹੈ, ਔਰ ਜਿਹੜਾ ਪ੍ਰੋਸੈਸ ਹੈਗਾ ਇਹਨਾਂ ਸਾਰੇ ਕੇਸਾਂ ਦਾ ਉਹ ਵੀ ਕਿਤੇ ਨਾ ਕਿਤੇ ਆਨਲਾਈਨ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਹਾਂਜੀ, ਜਿਹੜੀ ਦੂਜੀ ਕੈਟਾਗਰੀ ਆ ਟੈਂਪਰੇਰੀ ਰੈਜ਼ੀਡੈਂਸ ਜਿਹੜੀ TR, ਉਹਦੇ ਵਿੱਚ ਆਉਣਾ ਆਪਣੇ ਵਰਕ ਪਰਮਿਟਸ ਐਂਡ ਸਟੱਡੀ ਪਰਮਿਟਸ। ਹੁਣ ਜਿਹੜੇ ਆਊਟਸਾਈਡ ਕੈਨੇਡਾ ਵਰਕ ਪਰਮਿਟਸ ਆ, ਜਿਹੜੇ ਐਸੈਂਸ਼ੀਅਲ ਵਰਕਰਸ ਆ ਉਹਨਾਂ ਦੀਆਂ ਫਾਈਲਸ ਨੂੰ ਪ੍ਰਾਇਓਰਟਾਈਜ਼ ਕਰੀ ਜਾਊਗੇ। ਪਹਿਲਾਂ ਜਿੰਨੀਆਂ ਫਾਈਲਸ ਆ ਉਹ ਐਲੀਮੀਨੇਟ ਕਰਕੇ ਅਪਰੂਵਲਸ ਆਉਣ ਤੋਂ ਬਾਅਦ 'ਚ ਹੁਣ ਜਿਹੜੀ ਨਿਊ ਐਸੈਂਸ਼ੀਅਲ ਵਰਕਰਸ ਦੇ ਵਿੱਚ ਬਹੁਤ ਕੈਟਾਗਰੀਜ਼ ਆ ਜਿਹੜੀਆਂ ਐਸੈਂਸ਼ੀਅਲ ਵਰਕਰਸ 'ਚ ਆਉਂਦੀ, ਉਹਨਾਂ ਦੀਆਂ ਫਾਈਲਾਂ ਪ੍ਰਾਇਓਰਟਾਈਜ਼ ਕੀਤੀਆਂ ਜਾਊਗੀਆਂ। ਫਿਰ ਆਪਣੇ ਸਟੂਡੈਂਟਸ ਦੀ ਹੋਰ ਫਾਸਟ ਕਰਾਓਗੇ ਤਾਂ ਕਿ ਜਿੱਦਾਂ ਪਹਿਲਾਂ ਲਾਸਟ 2 ਇਅਰਸ 'ਚ ਬਹੁਤ ਸਟੂਡੈਂਟਸ ਨੇ ਆਪਣੇ ਕੋਰਸਿਸ ਮਿਸ ਹੋਏ ਆ, ਟਾਈਮ ਗੈਪ ਪੈ ਜਾਂਦਾ ਆ, ਉਹ ਸਾਰਾ ਐਲੀਮੀਨੇਟ ਕਰਨ ਨੂੰ ਸਟੂਡੈਂਟ ਐਪਲੀਕੇਸ਼ਨਸ ਫਾਸਟ ਪ੍ਰੋਸੈਸਿੰਗ ਸਟਾਰਟ ਕਰ ਦੇਣੀ ਬਾਏ ਸਮਰ। ਸੋ ਸਟੱਡੀ ਪਰਮਿਟ ਦੇ ਵਿੱਚ ਵੀ ਜਿਹੜੇ ਨੇ ਇਹ ਚੇਂਜਸ ਆ ਰਹੇ ਨੇ। ਹਾਂਜੀ, ਸਟੱਡੀ ਪਰਮਿਟ 'ਚ ਕਿਉਂਕਿ ਸਟੂਡੈਂਟਸ ਜਿਹੜੇ ਉਹ ਮੋਸਟ ਅਫੈਕਟਡ ਸੀਗੇ, ਕਿੰਨਿਆਂ ਦੀ ਕਲਾਸਿਸ ਮਿਸ ਹੋ ਰਹੀਆਂ, ਕਿੰਨਾਂ ਦੇ ਸਮੈਸਟਰਸ ਮਿਸ ਹੋ ਗਏ ਸੀਗੇ, ਉਹ ਸਾਰਾ ਕੁਝ ਬਾਏ ਸਮਰ ਉਹ ਚਾਹੁੰਦੇ ਕਿ ਆਪਣਾ ਫਾਸਟ ਟਰੈਕ ਹੋ ਜਾਵੇ। ਵਿਜ਼ਟਰ ਬੈਕਲੌਗ ਦੇ ਵਿੱਚ ਵੀ ਕੁਝ ਚੇਂਜਸ ਆਏ ਨੇ। ਹਾਂਜੀ, ਵਿਜ਼ਟਰਸ ਜਿਹੜੀ ਐਪਲੀਕੇਸ਼ਨਸ ਆ ਉਹ ਹੋਰ ਟੈਕਨੋਲੋਜੀ ਉਹਦੇ ਵਿੱਚ ਕਰ ਰਹੇ ਕਿ ਜਿਹੜਾ ਫਾਈਲ ਕੋਈ ਵਿਜ਼ਟਰ ਐਪਲੀਕੇਸ਼ਨ ਲਾਉਂਦਾ ਆ ਉਹ ਕੰਪਿਊਟਰ ਪਿਕਅਪ ਕਰੂਗਾ ਜਿਹੜੀ ਫਾਈਲ ਕੰਪਲੀਟਡ ਆ, ਜੋ ਕ੍ਰਾਈਟੀਰੀਆ ਤੁਸੀਂ ਮੀਟ ਕਰਦੇ ਆ ਉਹ ਫਾਈਲ ਪਹਿਲਾਂ ਪ੍ਰੋਸੈਸ ਕੀਤੀ ਜਾਊਗੀ। ਫਾਈਨਲ ਡਿਸੀਜਨ ਵਿਲ ਬੀ ਆਲਵੇਜ਼ ਬਾਏ ਦਾ IRCC ਆਫਿਸਰ, ਬਟ ਆਨਲਾਈਨ ਕਰਨਾ 87% ਜਿਹੜੀ ਫਾਈਲਸ ਆ ਉਹ ਫਾਸਟਰ ਪ੍ਰੋਸੈਸਿੰਗ ਹੋ ਜੂਗੀ ਵਿਜ਼ਟਰ ਐਪਲੀਕੇਸ਼ਨਸ ਲਈ। ਸੋ ਸਿਟੀਜ਼ਨਸ਼ਿਪ ਪ੍ਰੋਸੈਸ ਦੇ ਵਿੱਚ ਵੀ ਕੁਝ ਬਦਲਾਅ ਕੀਤੇ ਜਾ ਰਹੇ ਨੇ, ਲਾਈਕ ਮੰਥ ਟੂ ਮੰਥ ਜਿਹੜੀਆਂ ਨੇ ਕਿੰਨੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਫੋਲੋ ਅਪ ਲਈ, ਔਰ ਸਪੈਸ਼ਲੀ ਸਿਟੀਜ਼ਨਸ਼ਿਪ ਹੈ ਉਹਦੀ ਜਿਹੜੀ ਸਪੀਡ ਹੈ ਉਹਦੇ 'ਚ ਕੀ ਚੇਂਜਸ ਨੇ। ਹੁਣ ਜਿੱਦਾਂ ਸਿਟੀਜ਼ਨਸ਼ਿਪ ਓਥ ਜਿਹੜਾ ਲੈਣ ਦਾ ਟਾਈਮ ਪ੍ਰੋਸੈਸ ਬਹੁਤ ਲੰਬਾ ਕਰ ਦਿੱਤਾ ਸੀ, ਹੁਣ ਵਰਚੁਅਲ ਕਰ ਦਿੱਤਾ। ਅਪਰੋਕਸੀਮੇਟਲੀ 350 ਆਨਲਾਈਨ ਵਰਚੁਅਲ ਸੈਸ਼ਨਸ ਹੋ ਰਹੇ ਆ ਪਰ ਮੰਥ, ਅਤੇ ਇਹਦੇ ਨਾਲ ਜਿਹੜੇ 60,000 ਐਪਲੀਕੈਂਟਸ ਹਜੇ ਵੀ ਅਜੇ ਨਹੀਂ ਆਪਣਾ ਓਥ ਲੈਣਾ। ਹੁਣ ਉਹਦੇ ਲਈ ਉਹ ਡਿਫਰੈਂਟ ਕਰ ਰਿਹਾ ਕਿ ਤੁਸੀਂ ਆਪ ਰਜਿਸਟਰ ਕਰਕੇ ਸਿਟੀਜ਼ਨਸ਼ਿਪ ਲੈ ਸਕਦੇ, ਐਂਡ ਸਿਟੀਜ਼ਨਸ਼ਿਪ ਓਥ ਜਿਹੜਾ ਸੈਲੀਬ੍ਰੇਸ਼ਨ ਆ ਉਹ ਐਟ ਲੇਟਰ ਔਨ ਡੇਜ ਕਰ ਸਕਦੇ ਆ। ਇਹਦੇ ਨਾਲ ਜਿਹੜਾ ਵੇਟਿੰਗ ਟਾਈਮ ਆ ਫਰੋਮ ਦ ਡੇ ਯੂ ਰਿਸੀਵ ਯੋਰ ਸਿਟੀਜ਼ਨਸ਼ਿਪ ਓਥ ਲੈਣ ਦਾ ਵਿਦਿਨ 4 ਮੰਥਸ ਦੇ ਵਿੱਚ ਹੋ ਜਾਊਗਾ। ਅਤੇ ਉਹ ਸੇਮ ਥਿੰਗ ਵਿਦ ਕੋਵਿਡ ਕਰਕੇ ਬਹੁਤ ਲੋਕਾਂ ਨੂੰ ਓਥ ਲੈਣ 'ਚ ਇਸ਼ੂਜ਼ ਆ ਰਹੇ ਸੀ, ਸਿਟੀਜ਼ਨ ਸਰਟੀਫਿਕੇਟ ਲੇਟ ਹੋ ਰਹੇ ਸੀ, ਉਹ ਸਾਰਾ ਕੁਝ ਲਿਮਿਟ ਕਰਨ ਲਈ ਆਨਲਾਈਨ ਪ੍ਰੋਸੈਸਿੰਗ ਹੋ ਜਾਊਗਾ ਸਾਰਾ ਕੁਝ। ਕਲਾਇੰਟ ਸਰਵਿਸਿਜ਼ ਜਿਹੜੀਆਂ ਨੇ ਗੁਰਿੰਦਰ, ਉਹ ਕੁਛ ਕਿਸੇ ਹੋਰ ਤਰੀਕੇ ਨਾਲ ਜਿਹੜੀਆਂ ਆਲਰੇਡੀ ਚੱਲ ਰਹੀਆਂ ਸੀਗੀਆਂ 2021 ਦੇ ਵਿੱਚ, ਹੁਣ ਜਦੋਂ ਵੱਡੀ ਅਨਾਉਂਸਮੈਂਟ ਦਾ ਇੰਤਜ਼ਾਰ ਕੀਤਾ ਹੀ ਜਾ ਰਿਹਾ ਸੀਗਾ, ਤੇ ਕਲਾਇੰਟ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਉਹ ਕੀਤੇ। ਹੁਣ ਜਿੱਦਾਂ ਕਲਾਇੰਟਸ ਜਿਹੜੇ ਆ ਐਪਲੀਕੈਂਟਸ ਆ ਜਿਹੜੇ ਐਪਲੀਕੇਸ਼ਨਸ ਦਿੰਦੇ ਆ ਉਹਨਾਂ ਨੂੰ ਬਹੁਤ ਇਸ਼ੂਜ਼ ਆ ਰਹੇ ਸੀ, ਪ੍ਰੋਸੈਸਿੰਗ ਟਾਈਮ ਦਾ ਨਹੀਂ ਕਿਸੇ ਨੂੰ ਪਤਾ ਹੋ ਰਿਹਾ ਸੀ। ਜਿਹੜਾ ਪ੍ਰੋਸੈਸਿੰਗ ਟਾਈਮ ਉਹਨਾਂ ਦੀ ਵੈਬਸਾਈਟ 'ਤੇ ਆ ਰਿਹਾ ਦੈਟਸ ਨਾਟ ਦਾ ਐਕਚੁਅਲ ਪ੍ਰੋਸੈਸਿੰਗ ਟਾਈਮ, ਉਹ ਤੋਂ ਜ਼ਿਆਦਾ ਹੀ ਡਿਲੇ ਚੱਲ ਰਿਹਾ। ਤਾਂ ਫਿਰ ਉਹਨੂੰ ਅਪਗ੍ਰੇਡ ਕਰਨ ਲਈ ਉਹ ਸਾਰੇ ਟੂਲਸ ਡਿਵੈਲਪ ਕਰ ਰਿਹਾ, ਹੋਰ ਇਨਵੈਸਟਮੈਂਟ ਕਰ ਰਿਹਾ ਕਿ ਜਿਹੜੇ ਕਲਾਇੰਟਸ ਆ ਉਹ ਆਪ ਦੀ ਫਾਈਲ ਦੀ ਪ੍ਰੋਸੈਸਿੰਗ ਚੈੱਕ ਕਰ ਸਕਦੇ ਆ। ਉਹਨਾਂ ਨੂੰ ਅਪਡੇਟਸ ਟਾਈਮ ਟੂ ਟਾਈਮ ਅਪਡੇਟਸ ਆਉਗੇ, ਇੱਦਾਂ ਨਹੀਂ ਕਿ ਦਿਲ ਹੈਵ ਟੂ ਵੇਟ ਫॉर ਐਨ ਈਮੇਲ ਔਰ ਸਮਥਿੰਗ। ਜਿੱਦਾਂ ਐਪਲੀਕੇਸ਼ਨ ਇਨਫੋਰਮੇਸ਼ਨ ਪਾਓਗੇ ਉਹ ਨਿਊ ਪੋਰਟਲਸ ਲਾਂਚ ਕਰ ਰਿਹਾ ਜਿੱਥੇ ਕਲਾਇੰਟਸ ਨੂੰ ਆਪਣੇ ਅਪਡੇਟਸ ਡਾਇਰੈਕਟ ਮਿਲ ਜਾ ਕਰੂਗੇ। ਇਹਨਾਂ ਇੱਦਾਂ ਕਿ ਮੋਰ ਟਰਾਂਸਪੇਰੈਂਸੀ ਜਿਹੜਾ ਵਿੱਚ ਹਿਡਨ ਪ੍ਰੋਬਲਮਸ ਇਸ਼ੂਜ਼ ਆਉਂਦੇ ਉਹ ਆ, ਕਿਉਂਕਿ ਜਿੰਨੀਆਂ ਵੀ ਆਪਾਂ ਦੇਖਦੇ ਹਾਂ ਐਪਲੀਕੇਸ਼ਨਸ ਐਵਰੀਬਡੀ
be it spousal applications, study permits, visit applications, work permits, ਹਰ ਇੱਕ ਤੇ backlog ਚੱਲ ਰਿਹਾ ਹੈ ਤਾਂ ਕਿਸੇ ਨੂੰ proper information ਨਹੀਂ ਮਿਲ ਰਹੀ ਕਿ what's the proper time ਤਾਂ by February they are hoping ਕਿ ਨਵਾਂ portal update ਹੋ ਜਾਵੇ ਤਾਂ ਕਿ summer ਤੱਕ everybody ਜਿੰਨੇ ਵੀ applicants ਆਉਗੇ backlog complete ਕਰਕੇ ਉਹ ਹਰ ਇੱਕ ਦੀ applications ਦੀ information online ਹੋ ਜਾ ਕਰੂਗੀ। ਪੀਆਰ ਕੈਟਾਗਰੀ ਦੇ ਵਿੱਚ ਵੀ ਗੁਰਿੰਦਰ ਹੁਣ ਕੋਈ ਸਪੀਡ ਅਪ ਕੀਤਾ ਜਾ ਰਿਹਾ ਵੀ ਹੁਣ ਇੰਨੀਆਂ ਜਿਹੜੀਆਂ ਫਾਈਲਾਂ ਚੱਕੀਆਂ ਜਾਣਗੀਆਂ। ਪਹਿਲਾਂ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਆਲਰੇਡੀ ਪੀਐਨਪੀ ਦੇ ਜਿਹੜੇ ਡਰਾ ਤਾਂ ਨਿਕਲ ਹੀ ਰਹੇ ਸੀਗੇ ਤੇ ਪੀਆਰ ਵਾਲਿਆਂ ਵਾਸਤੇ ਕੋਈ ਹੈਗੀ ਹੈ ਕੋਈ ਤਾਜ਼ਾ ਤੇ ਕੋਈ ਕਹਿ ਸਕਦੇ ਹਾਂ ਵੀ ਰਾਹਤ ਵਾਲੀ ਖਬਰ? ਹਾਂਜੀ, ਉਹ ਸਭ ਤੋਂ ਪਹਿਲਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਕੈਟਾਗਰੀਜ਼ ਚੱਕ ਰਹੇ ਆ, ਉਹ ਤੋਂ ਬਾਅਦ 'ਚ ਬਾਕੀਆਂ ਦੇ ਡਰਾਜ਼ ਹੋਰ ਕਰੂਗੇ ਕਿ ਉਹ ਬੈਕਲੌਗ ਲਿਮਿਨੇਟ ਕਰਕੇ ਪੇਪਰ ਬੇਸਡ ਐਪਲੀਕੇਸ਼ਨਸ ਬੰਦ ਕਰ ਦੇਣੀਆਂ, ਸਾਰੀਆਂ ਆਨਲਾਈਨ ਐਪਲੀਕੇਸ਼ਨਸ ਹੋਣੀਆਂ। ਆਨਲਾਈਨ ਐਪਲੀਕੇਸ਼ਨਸ ਨਾਲ ਇੱਦਾਂ ਹੋ ਜਾਂਦਾ ਜਿਹੜਾ ਕੋਵਿਡ ਰਿਲੇਟਡ ਇਸ਼ੂਜ਼ ਆ ਰਹੇ ਸੀ, ਬਹੁਤ ਲੋਕੀ ਆਪਣੀ ਡਾਕੂਮੈਂਟਸ ਨਹੀਂ ਦੇ ਰਹੇ ਸੀ ਟਾਈਮ ਤੋਂ, ਉਹ ਸਾਰਾ ਕੁਝ ਆਨਲਾਈਨ ਕਰਨਾ ਤਾਂ ਉਹ ਬਹੁਤ ਟਾਈਮ ਸੇਵ ਹੋ ਜਾਊਗਾ ਐਪਲੀਕੈਂਟਸ ਦਾ ਵੀ ਤੇ ਪ੍ਰੋਸੈਸਿੰਗ 'ਚ ਵੀ ਟਾਈਮ ਸੇਵ ਹੋ ਜਾਊਗਾ। ਉਹ ਟੈਕਨੋਲੋਜੀ 'ਚ ਇਹ ਮਾਡਰਨਾਈਜ਼ ਕਰ ਰਹੇ ਆ, ਜਿਹੜਾ ਬੇਸਿਕਲੀ ਅੱਜ ਉਹਨਾਂ ਦਾ ਮੇਨ ਮੋਟਿਵ ਸੀਗਾ ਟੂ ਮਾਡਰਨਾਈਜ਼ ਕੈਨੇਡੀਅਨ ਇਮੀਗ੍ਰੇਸ਼ਨ। ਇਹਨਾਂ ਜਦਨੀ ਟੈਕਨੋਲੋਜੀ ਯੂਜ਼ ਕਰੂਗੇ ਕਿਉਂਕਿ ਪੇਪਰ ਬੇਸਡ ਐਪਲੀਕੇਸ਼ਨਸ ਬਹੁਤ ਲੋਕਾਂ ਤੋਂ ਇਸ਼ੂਜ਼ ਆ ਰਹੇ ਸੀ ਪੇਪਰ ਬੇਸਡ, ਕਦੀ ਕੋਈ ਡਾਕੂਮੈਂਟ ਮਿਸ ਹੋ ਜਾਂਦਾ ਸੀ ਬਾਈ ਪੋਸਟ ਬਾਈ ਮੇਲ, ਉਹ ਐਪਲੀਕੇਸ਼ਨ ਹੀ ਲੇਟ ਪਹੁੰਚਦੀ ਸੀ। ਹੁਣ ਆਨਲਾਈਨ ਕਰਨਾ ਤੁਹਾਨੂੰ ਰਾਈਟ ਅਵੇ ਅਪਡੇਟ ਆ ਜਾਊਗਾ ਕਿ ਤੁਹਾਡਾ ਆਹ ਡਾਕੂਮੈਂਟ ਮਿਸਿੰਗ ਆ ਜਾਂ ਦਿਸ ਇਜ਼ ਇਨਕਰੈਕਟ, ਉਹ ਅਪਗ੍ਰੇਡ ਹੋ ਜਾਊਗਾ, ਅਪਡੇਟ ਕਰ ਸਕਦੇ ਤੁਸੀਂ। ਤਾਂ ਉਹ ਫਿਰ ਪੀਆਰ ਫਾਈਲਸ ਲਈ ਜਿਹੜੀ ਆ ਬਹੁਤ ਲੋਕੀ ਇਮੋਸ਼ਨਲੀ ਹਰਟ ਹੋ ਜਾਂਦੇ ਕਿ ਜਿਹੜਾ ਉਹਨਾਂ ਦਾ ਵਰਕ ਚੱਲ ਰਿਹਾ ਹੈ ਬਟ ਐਪਲੀਕੇਸ਼ਨ ਦਾ ਕੋਈ ਰਿਜ਼ਲਟਸ ਨਹੀਂ ਆ ਰਿਹਾ ਬਿਕੋਜ਼ ਉਹ ਐਪਲੀਕੇਸ਼ਨ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਸੀ ਟੂ ਰੀਚ ਦ ਐਪਲੀਕੇਸ਼ਨ ਟੂ ਦ ਡਿਪਾਰਟਮੈਂਟ। ਤਾਂ ਹੁਣ ਇੱਕ ਹੋਰ ਉਹ ਕਰ ਰਹੇ ਕਿ ਜਿਹੜੇ ਆਲ ਦ ਆਫਿਸਿਸ ਅਰਾਊਂਡ ਦ ਵਰਲਡ ਆ ਉੱਥੇ ਸਪਰੈਡ ਆਊਟ ਕਰੂਗੇ, ਉਹਨਾਂ ਨੂੰ ਹੋਰ ਰਾਈਟਸ ਦੇ ਦੂਗੇ ਫॉर ਵਰਕ ਪਰਮਿਟ, ਸਟੱਡੀ ਪਰਮਿਟਸ, ਕਿ ਉੱਥੋਂ ਹੀ ਐਪਲੀਕੇਸ਼ਨਸ ਅਪਰੂਵਲ ਹੋ ਕੇ ਆਉਣ ਤਾਂ ਕਿ ਇੱਥੇ ਜਿਹੜਾ ਲੋਡ ਆ ਉਹ ਘੱਟ ਜਾਵੇ, ਬੈਕਲੌਗ ਘਟਾਉਣ। ਫਿਲਹਾਲ ਰੁਕਦੇ ਹਾਂ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਹੈ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਜਿਵੇਂ ਕਿ ਰਿਪੋਰਟ ਦਰਜ ਕੀਤੀ ਗਈ ਹੈ, ਉਸ ਰਿਪੋਰਟ ਦੇ ਮੁਤਾਬਕ 2 ਮਹੀਨੇ ਪਹਿਲਾਂ ਦੀ ਰਿਪੋਰਟ ਹੈ। ਉਸ ਰਿਪੋਰਟ ਦੇ ਮੁਤਾਬਕ 2 ਪਰਿਵਾਰ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਕੋਵਿਡ ਪੋਜ਼ਿਟਿਵ ਦੀ ਜਿਹੜੀ ਹੈ ਉਹ ਲਾਗ ਦਾ ਜਿਹੜਾ ਤਜਰਬਾ ਕੀਤਾ ਹੈ। ਇਹ ਐਂਗਸ ਸਟਰੀਟ ਦੀ ਜਿਹੜੀ 2 ਮਹੀਨੇ ਪਹਿਲਾਂ ਦੀ ਰਿਪੋਰਟ ਆਈ ਉਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਯਾਨੀ ਕਿ ਦਸੰਬਰ ਦੀ ਇਹ ਰਿਪੋਰਟ ਹੈ, ਜਿਸ ਦੇ ਮੁਤਾਬਕ ਕਾਫੀ ਫੀਸਦ ਲੋਕ ਹੈਗੇ ਨੇ ਜਿਨ੍ਹਾਂ ਨੇ ਕੋਵਿਡ ਪੋਜ਼ਿਟਿਵ ਦਾ ਆਪਣਾ ਤਜਰਬਾ ਕੀਤਾ ਹੈ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਖੁਦ ਟੈਸਟ ਕੀਤੇ ਨੇ ਉਹਨਾਂ ਦੇ ਟੈਸਟ ਪੋਜ਼ਿਟਿਵ ਆਏ ਨੇ, ਉਹਨਾਂ ਦੀ ਵੀ ਕੈਟਾਗਰੀ ਕਾਫੀ ਜ਼ਿਆਦਾ ਹੈਗੀ ਹੈ। ਆਓ ਇੱਕ ਰਿਪੋਰਟ ਦੇ ਉੱਤੇ ਨਜ਼ਰ ਮਾਰ ਲੈਂਦੇ ਹਾਂ। ਇੱਕ ਨਵੇਂ ਸਰਵੇ ਦੇ ਮੁਤਾਬਕ ਲਗਭਗ ਹਰ 5 ਕੈਨੇਡੀਅਨ ਪਰਿਵਾਰਾਂ ਦੇ ਵਿੱਚੋਂ ਇੱਕ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਇੱਕ ਕੋਵਿਡ-19 ਦੀ ਲਾਗ ਦੇਖੀ ਹੈ। 1/3 ਤੋਂ ਵੱਧ ਛੁੱਟੀਆਂ ਦੇ ਸੀਜ਼ਨ ਤੋਂ ਬਾਅਦ ਇਹ ਵਾਪਰੇ ਨੇ। ਐਂਗਸ ਰੀਡ ਇੰਸਟੀਚਿਊਟ ਤੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ ਕਿ 21% ਪਰਿਵਾਰਾਂ ਦੇ ਵਿੱਚ 1 ਦਸੰਬਰ 2021 ਤੋਂ ਇੱਕ ਟੈਸਟ ਦੁਆਰਾ ਕੋਵਿਡ-19 ਦੇ ਘੱਟੋ-ਘੱਟ ਇੱਕ ਕੇਸ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿੱਚੋਂ ਕੁਝ 36% ਸੈਲਫ ਰਿਪੋਰਟਡ ਪੋਜ਼ਿਟਿਵ ਨਤੀਜੇ ਜਨਵਰੀ ਦੇ ਪਹਿਲੇ 2 ਹਫ਼ਤਿਆਂ ਵਿੱਚ ਆਏ। ਇਸ ਦੌਰਾਨ 42% ਕੇਸ ਹੋਏ। ਇਹ ਪੋਲਿੰਗ 27 ਤੋਂ 28 ਜਨਵਰੀ ਤੱਕ 1688 ਕੈਨੇਡੀਅਨ ਬਾਲਗਾਂ ਦੇ ਨਮੂਨੇ ਨਾਲ ਕਰਵਾਈ ਗਈ ਸੀ, ਜੋ ਐਂਗਸ ਟ੍ਰੇਡ ਫੋਰਮ ਦੇ ਮੈਂਬਰ ਨੇ। ਕਿਊਬੈਕ ਨੇ ਇਸ ਸਮੇਂ ਦੌਰਾਨ ਸਭ ਤੋਂ ਵੱਧ ਘਟਨਾਵਾਂ ਦੀ ਦਰ ਵੇਖੀ ਹੈ। 4 ਪਰਿਵਾਰਾਂ ਵਿੱਚੋਂ ਇੱਕ, ਜਦੋਂ ਕਿ ਐਟਲਾਂਟਿਕ ਪ੍ਰਾਂਤਾਂ ਦੇ ਵਿੱਚ ਸਭ ਤੋਂ ਘੱਟ ਮਾਮਲੇ 14% ਪਰਿਵਾਰਾਂ ਦੇ ਸਮੂਹਿਕ ਤੌਰ ਤੇ ਦਰਜ ਕੀਤੇ ਗਏ ਨੇ। ਓਨਟਾਰੀਓ 22% ਦੀ ਘਰੇਲੂ ਘਟਨਾ ਦਰ ਦੇ ਨਾਲ ਕੌਮੀ ਔਸਤ ਤੋਂ ਥੋੜਾ ਜਿਹਾ ਉੱਪਰ ਸੀ। ਵਿਅਕਤੀਗਤ ਤੌਰ ਤੇ ਅੰਕੜੇ ਦੱਸਦੇ ਨੇ ਕਿ 1 ਦਸੰਬਰ ਤੋਂ 9% ਕੈਨੇਡੀਅਨਾਂ ਨੇ ਪੋਜ਼ਿਟਿਵ ਟੈਸਟ ਨਤੀਜੇ ਪ੍ਰਾਪਤ ਕੀਤੇ। ਘਰੇਲੂ ਵਿਕਲਪਾਂ ਸਮੇਤ 1 ਦਸੰਬਰ ਤੱਕ ਇਸ ਸਰਵੇਖਣ ਕੀਤੇ ਗਏ ਲਗਭਗ 1/4 ਵਿਅਕਤੀਆਂ ਤੋਂ ਇਹ ਸਾਹਮਣੇ ਆਉਂਦਾ ਹੈ ਜਿਨ੍ਹਾਂ ਨੇ ਟੈਸਟ ਦਿੱਤਾ ਸੀ। ਇੰਸਟੀਚਿਊਟ ਅੰਦਾਜ਼ਾ ਲਗਾ ਰਿਹਾ ਹੈ ਕਿ ਸਮੇਂ ਦੀ ਮਿਆਦ ਦੇ ਦੌਰਾਨ ਵਾਧੂ 5% ਵੀ ਸੰਕਰਮਿਤ ਹੋਏ ਸਨ। ਇਹ ਖੁਦ ਰਿਪੋਰਟ ਕੀਤੇ ਲੱਛਣਾਂ ਵਾਲੇ ਲੋਕਾਂ ਦੇ ਅਨੁਪਾਤ ਤੇ ਇੱਕ ਬਰਾਬਰ ਪ੍ਰੋਫਾਈਲਾਂ ਵਾਲੇ ਟੈਸਟਾਂ ਵਾਲੇ ਲੋਕਾਂ ਨਾਲ ਤੁਲਨਾ ਤੇ ਆਧਾਰਿਤ ਹੈ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੋਵਾਂ ਦੇ ਵਿੱਚ ਸਰਵੇਖਣ ਕੀਤੇ ਗਏ 8% ਨਿਵਾਸੀਆਂ ਨੇ ਕਿਹਾ ਕਿ ਉਹ ਸਮਾਂ ਸੀਮਾ ਦੇ ਦੌਰਾਨ ਟੈਸਟ ਦੇਣਾ ਚਾਹੁੰਦੇ ਸਨ ਪਰ ਇੱਕ ਤੱਕ ਪਹੁੰਚ ਕਰਨ ਵਿੱਚ ਅਸਮਰਥ ਸਨ। ਸਭ ਤੋਂ ਘੱਟ ਆਮਦਨ ਵਾਲੇ ਬ੍ਰੈਕਟਾਂ ਵਾਲੇ ਵਿਅਕਤੀਆਂ ਦੇ ਲਈ ਟੈਸਟਿੰਗ ਦਰਾਂ ਵੀ ਜਿਹੜੀਆਂ ਨੇ ਉਹ ਸਭ ਤੋਂ ਘੱਟ ਸਨ। 49,000 ਤੋਂ ਘੱਟ ਸਾਲਾਨਾ ਘਰੇਲੂ ਆਮਦਨ ਵੇ ਲਗਭਗ 35% ਉੱਤਰਦਾਤਾਵਾਂ ਕਹਿੰਦੇ ਨੇ ਕਿ ਉਹਨਾਂ ਨੇ ਪਿਛਲੇ 2 ਮਹੀਨਿਆਂ ਵਿੱਚ ਇੱਕ ਟੈਸਟ ਕੀਤਾ ਸੀ। ਹਾਲਾਂਕਿ ਇਹ ਅੰਕੜੇ 1 ਲੱਖ ਤੋਂ ਵੱਧ ਕਮਾਉਣ ਵਾਲੇ ਪਰਿਵਾਰਾਂ ਲਈ ਲਗਭਗ 50% ਤੱਕ ਵਧਦੇ ਨੇ। ਜਿਵੇਂ ਕਿ ਪ੍ਰਮੁੱਖ ਓਮਿਕਰੋਨ ਰੂਪ ਕੈਨੇਡੀਅਨ ਆਬਾਦੀ ਦੇ ਵਿੱਚ ਤੇਜ਼ੀ ਨਾਲ ਫੈਲਣ ਤੋਂ ਬਾਅਦ ਸਿਖਰ ਤੇ ਜਾਪਦਾ ਹੈ। ਐਂਗਸ ਰੀਡ ਇੰਸਟੀਚਿਊਟ ਦੁਆਰਾ ਸਰਵੇਖਣ ਕੀਤੇ ਗਏ ਜ਼ਿਆਦਾਤਰ ਇਹ ਕਹਿੰਦੇ ਨੇ ਕਿ ਉਹ ਹੁਣ ਪਾਬੰਦੀਆਂ ਨੂੰ ਹਟਾਉਣ ਤੇ ਵਿਅਕਤੀਆਂ ਨੂੰ ਆਪਣੇ ਖੁਦ ਦੇ ਜੋਖਮ ਦੇ ਪੱਧਰ ਦਾ ਪ੍ਰਬੰਧਨ ਕਰਨ ਦੇ
ਹੱਕ ਵਿੱਚ ਨੇ। ਕੁਝ 54% ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਤਾਜ਼ਾ ਪੋਲ ਦੇ ਵਿੱਚ ਇਸ ਕੈਂਪ ਵਿੱਚ ਸ਼ਾਮਿਲ ਹੋਏ ਨੇ। ਜਨਵਰੀ ਦੇ ਸ਼ੁਰੂ ਦੇ ਵਿੱਚ ਪੁੱਛੇ ਗਏ ਉਸੇ ਸਵਾਲ ਤੋਂ 15 ਆਧਾਰ ਅੰਕ ਵੱਧ ਨੇ। ਸਿਰਫ ਇੱਕ ਉਮਰ ਲਿੰਗ ਸਮੂਹ 54 ਸਾਲਾਂ ਤੋਂ ਵੱਧ ਉਮਰ ਦੀਆਂ ਔਰਤਾਂ ਬਹੁਗਿਣਤੀ ਵਿੱਚ ਇਸ ਵਿਚਾਰ ਨਾਲ ਅਸਹਿਮਤ ਸਨ ਕਿ ਪਾਬੰਦੀਆਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹਦੇ ਅੱਗੇ ਚੱਲਦੇ ਹਾਂ ਐਡਮਿੰਟਨ ਤੇ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਅੱਜ ਜਿਵੇਂ 30 ਜਨਵਰੀ ਸਨ 2022 ਔਰ ਦਿਨ ਐਤਵਾਰ ਹੈ। ਅੱਜ ਐਡਮਿੰਟਨ ਸ਼ਹਿਰ ਦੇ ਵਿੱਚ ਸਿੱਖ ਯੂਥ ਐਡਮਿੰਟਨ ਤੇ ਹੋਰ ਸੰਗਤਾਂ ਨੇ ਰਲ ਕੇ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਪਰ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਆ, ਉਹਨਾਂ ਦੀ ਰਿਹਾਈ ਦੇ ਲਈ ਇੱਥੇ ਉਹਨਾਂ ਨੂੰ ਸਪੋਰਟ ਦਿਖਾਉਣ ਲਈ ਜਿਹੜੇ ਇੱਥੋਂ ਦੇ ਸਿੱਖ ਯੂਥ ਫੈਡਰੇਸ਼ਨ ਦੇ ਕਾਰਕੁਨ ਆ, ਉਹ ਅੱਜ ਇੱਕ ਉਹਨਾਂ ਨੇ ਰੈਲੀ ਕੱਢੀ ਆ, ਰੋਸ ਮਾਰਚ ਕੀਤਾ ਹੈ ਵੀ ਉਹਨਾਂ ਸਿੰਘਾਂ ਨੂੰ ਰਿਹਾਈ ਕੀਤੀ ਜਾਵੇ ਉਹਨਾਂ ਦੀ। ਉਹਦੇ ਲਈ ਮੇਰੇ ਨਾਲ ਇਸ ਵੇਲੇ ਹਾਜ਼ਰ ਨੇ ਗੁਲਜ਼ਾਰ ਸਿੰਘ ਨਿਰਮਾਣ ਔਰ ਦਵਿੰਦਰ ਸਿੰਘ ਹੋਰੀ। ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਦੀ ਰੈਲੀ ਦਾ ਪ੍ਰਭਾਵ ਜਿਹੜਾ ਉਹ ਕਿਸ ਤਰ੍ਹਾਂ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਘਾ ਸਾਹਿਬ ਤੁਸੀਂ ਦੇਖਦੇ ਹੋ ਠੰਡ ਕਿੰਨੀ ਹੈ, ਕੜਾਕੇ ਦੀ ਠੰਡ ਹੈ, ਪਰ ਫਿਰ ਵੀ ਜਿਵੇਂ ਐਡਮਿੰਟਨ ਦੀਆਂ ਸੰਗਤਾਂ ਨੇ ਪਰਿਵਾਰਾਂ ਤੇ ਬੱਚਿਆਂ ਸਮੇਤ ਇਹ ਜਿਹੜੀ ਕਾਰ ਰੈਲੀ ਹੈ 'ਚ ਸ਼ਮੂਲੀਅਤ ਕੀਤੀ ਹੈ। ਸਿਰ ਝੁਕਦਾ ਇਹਨਾਂ ਪਰਿਵਾਰਾਂ ਅੱਗੇ, ਸਿਰ ਤਾਂ ਵੈਸੇ ਝੁਕਦਾ ਉਹਨਾਂ ਅੱਗੇ ਵੀ ਜਿਹੜੇ 25 30 ਸਾਲਾਂ ਤੋਂ ਨਿਰਦੋਸ਼ ਸਰਦਾਰ ਦਵਿੰਦਰ ਸਿੰਘ ਭੁੱਲਰ ਵਰਗੇ ਜਿਨ੍ਹਾਂ ਤੇ ਕੋਈ ਪ੍ਰੂਫ ਹੀ ਨਹੀਂ ਸਰਕਾਰ ਨੂੰ, ਕੇਵਲ ਇੱਕੋ ਉਹਨਾਂ ਦਾ ਜਿਹੜਾ ਬਿਆਨ ਹੈ ਪੁਲਿਸ ਹਿਰਾਸਤ ਪੁਲਿਸ ਨੇ ਲਿਆ ਹੋਇਆ ਬਿਆਨ, ਉਹਦੇ ਤੇ ਜਿਹੜੇ ਬੰਦੇ ਨੇ 30 ਸਾਲ ਜੇਲ੍ਹ 'ਚ ਕੱਟਤੇ। ਇਹੋ ਜਿਹੇ ਜਿਹੜੇ ਨੌਜਵਾਨ ਨੇ 25 30 ਸਾਲਾਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਵਾਸਤੇ ਅਸੀਂ ਅੱਜ ਜਿਹੜਾ ਰੋਸ ਮਾਰਚ ਕੱਢਿਆ। ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਜੇ ਉਹਨਾਂ ਨੇ ਨੌਜਵਾਨ ਇਹ ਰਿਹਾ ਨਾ ਕੀਤੇ, ਭਵਿੱਖ ਵਿੱਚ ਅਸੀਂ ਹੋਰ ਵੀ ਇਹੋ ਜਿਹੇ ਉਪਰਾਲੇ ਕਰਾਂਗੇ। ਇਹਨਾਂ ਨਾਲ ਭਾਰਤ ਦੀ ਬਾਹਰ ਅਸੀਂ ਨਹੀਂ ਇਹ ਕਰਨੇ ਚਾਹੁੰਦੇ, ਇਹਨਾਂ ਨਾਲ ਭਾਰਤ ਦੀ ਜਿਹੜੀ ਹੈ ਰੈਪੂਟੇਸ਼ਨ ਖਰਾਬ ਹੁੰਦੀ ਹੈ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਭਾਰਤ ਨੂੰ ਆਪਣੀ, ਜੇ ਉਹ ਚਾਹੁੰਦੇ ਨੇ ਆਪਣੀ ਇੱਜ਼ਤ ਬਚਾਉਣੀ, ਆਪਣੇ ਦੇਸ਼ ਦੀ ਕੰਟਰੀ ਦੀ ਰੈਪੂਟੇਸ਼ਨ ਸੇਫ ਕਰਨੀ, ਤਾਂ ਸਾਡੇ ਬੰਦੀ ਸਿੰਘਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰ ਲੈਣਾ ਚਾਹੀਦਾ। ਨਹੀਂ ਤਾਂ ਸਮੁੱਚੇ ਸੰਸਾਰ 'ਚ ਇਹੋ ਜਿਹੀਆਂ ਕਾਰ ਰੈਲੀਆਂ ਤੁਸੀਂ ਦੇਖਿਆ ਐਡਮਿੰਟਨ ਵਿੱਚ, ਟੋਰਾਂਟੋ ਵਿੱਚ, ਵੈਨਕੂਵਰ, ਮੌਂਟਰੀਅਲ ਸਾਰੇ ਕਿਤੇ ਹੋ ਰਹੀਆਂ ਨੇ। ਇਹਦੇ ਨਾਲ ਭਾਰਤ ਦਾ ਜਿਹੜਾ ਮਨੁੱਖੀ ਅਧਿਕਾਰਾਂ ਵਾਲਾ ਗ੍ਰਾਫ ਆ ਉਹ ਥੱਲੇ ਆਉਂਦਾ। ਵੋਟਾਂ ਦਾ ਦਿਨ ਨੇ, ਅਸੀਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਨੇ ਉਹਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਡੇ ਹਿੱਤਾਂ ਨਾਲ ਖੇਡਣਾ, ਸਿੱਖਾਂ ਦੇ ਹਿੱਤਾਂ ਨਾਲ ਖਿਲਵਾੜ ਕਰਨਾ ਬੰਦ ਕਰ ਦਿੱਤਾ ਜਾਵੇ ਅਤੇ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਐਡਮਿੰਟਨ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਨੇ ਉਹ ਨੌਜਵਾਨਾਂ ਨੂੰ ਹਮਦਰਦੀ ਦਿੱਤੀ ਹੈ। ਨਿਰਮਾਣ ਜੀ, ਇੱਕ ਗੱਲ ਮੈਨੂੰ ਦੱਸੋ, ਤੁਸੀਂ ਹੁਣ ਦੇਖੋ ਆਪਾਂ ਇਕੱਲੀ ਗੱਲ ਤੁਸੀਂ ਕਰ ਰਹੇ ਆ ਵੀ ਜਿਹੜੇ ਸਿੱਖ ਉੱਥੇ ਉਹਨਾਂ ਨੇ ਨਜ਼ਰਬੰਦ ਕੀਤੇ, ਉਹਨਾਂ ਦੀ ਰਿਹਾਈ ਕਰਨ, ਹੋਰ ਵੀ ਕਾਰਕੁਨ ਜਿਹੜੇ ਮਨੁੱਖੀ ਹੱਕਾਂ ਲਈ ਕੰਮ ਕਰਦੇ ਔਰ ਸਰਕਾਰ ਉਹਨਾਂ ਤੋਂ ਪਤਾ ਨਹੀਂ ਕਿਉਂ ਡਰਦੀ ਆ, ਉਹਨਾਂ ਨੂੰ ਵੀ ਜੇਲ੍ਹਾਂ 'ਚ ਰੱਖਿਆ ਬਿਨਾਂ ਕਿਸੇ ਕੀ ਕਹਿੰਦੇ ਆ ਕਸੂਰ ਤੋਂ, ਬਿਨਾਂ ਕਿਸੇ ਚਾਰਜ ਤੋਂ। ਵਧੀਆ ਹੋਵੇ ਵੀ ਅਸੀਂ ਜੇ ਸਾਰਿਆਂ ਦੀ ਰਿਹਾਈ ਮੰਗੀਏ ਵੀ ਜਿਹੜੇ ਬੰਦੇ ਇਸ ਤਰ੍ਹਾਂ ਉਹਨਾਂ ਨੇ ਮਨੁੱਖੀ ਹੱਕਾਂ ਦੀ ਜਿਨ੍ਹਾਂ ਦੀ ਕੀ ਕਹਿੰਦੇ ਉਲੰਘਣਾ ਹੋ ਰਹੀ ਆ, ਉਹਨੂੰ ਸਾਰਿਆਂ ਨੂੰ ਹੀ ਛੱਡਿਆ ਜਾਵੇ। ਦੇਖੋ ਜੀ, ਗੱਲ ਕੋਈ ਵੀ ਕਰਦਾ ਪਹਿਲਾਂ ਆਪਣੇ ਘਰ ਤੋਂ ਕਰਦਾ ਹੈ ਨਾ ਜੀ, ਆਪਣੇ ਪਰਿਵਾਰ ਤੋਂ ਕਰਦਾ, ਪਰ ਜਿਹੜੀ ਸਾਡੀ ਮੁੱਖ ਮੰਗ ਹੈ ਤੁਸੀਂ ਦੇਖਿਆ ਵੀ ਹੁਣ ਪੈਫਲੇਟ 'ਚੋਂ ਇਹੀ ਹੈ ਵੀ ਹਿੰਦੁਸਤਾਨ ਸਰਕਾਰ ਸਾਰੇ ਰਾਜਸੀ ਕੈਦੀਆਂ ਨੂੰ, ਜਿਹੜੇ ਰਾਜਸੀ ਬਦਲਾਖੋਰੀ ਦੇ ਕਰਕੇ ਉਹਨਾਂ ਨੇ ਅੰਦਰ ਕੀਤੇ ਨੇ, ਜਾਂ ਜਿਹੜੇ ਪੱਤਰਕਾਰ ਵੀਰ ਨੇ ਜਿਹੜੇ ਸੱਚ ਬੋਲਦੇ ਨੇ ਉਹ ਅੰਦਰ ਕੀਤੇ ਨੇ, ਉਹ ਅਸੀਂ ਵੈਸੇ ਸਾਡੇ ਸੌਰੀ ਮੈਂ ਮੈਂਸ਼ਨ ਕਰਨਾ ਭੁੱਲ ਗਿਆ, ਆਪ ਜੀ ਦਾ ਧੰਨਵਾਦ। ਪਰ ਸਾਡਾ ਮੁੱਖ ਮਕਸਦ ਇਹੀ ਹੈ ਵੀ ਰਾਜਸੀ ਕੈਦੀ ਜਿੰਨੇ ਵੀ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਬਿਨਾਂ ਦੇਰੀ ਤੋਂ। ਅੱਛਾ, ਜਿਹੜੀ ਅੱਜ ਦੀ ਰੈਲੀ ਹੋਈ ਆ, ਦਵਿੰਦਰ ਸਿੰਘ ਜੀ ਤੁਸੀਂ ਦੱਸੋਗੇ ਭਈ ਜਿਹੜੀਆਂ ਸੰਗਤਾਂ ਉਹ ਕਿੰਨੇ ਕੀ ਕਹਿੰਦੇ ਗਿਣਤੀ ਵਿੱਚ ਪਹੁੰਚੀਆਂ ਔਰ ਕਿੰਨਾ ਕੁ ਉਤਸ਼ਾਹ ਆ ਲੋਕਾਂ 'ਚ? ਉਤਸ਼ਾਹ ਤਾਂ ਬਹੁਤ ਹੈ ਜੀ, ਸੰਗਤਾਂ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰ ਨਾਲ ਹੁਮ-ਹੁਮਾ ਕੇ ਅੱਜ ਪਹੁੰਚੀਆਂ ਨੇ ਤੇ ਸਾਰਿਆਂ ਦੇ ਦਿਲੀ ਇੱਛਾ ਇਹੀ ਹੈ ਵੀ ਜਿਹੜੇ ਰਾਜਸੀ ਕੈਦੀ ਭਾਰਤ ਸਰਕਾਰ ਨੇ ਅੰਦਰ ਕਰ ਰੱਖੇ ਨੇ ਕਈ 25 30 ਸਾਲਾਂ ਤੋਂ, ਤੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਉਹ ਵੀ ਆਪਦੇ ਪਰਿਵਾਰਾਂ ਨਾਲ ਆਪਦੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਉਹ ਬਿਤਾ ਸਕਣ। ਤੇ ਸਰਕਾਰ ਨੂੰ ਸਾਡੀ ਪੁਰਜ਼ੋਰ ਮੰਗ ਹੈ ਇਹ ਭਾਰਤ ਸਰਕਾਰ ਨੂੰ ਕਿ ਆਪਣੀ ਰੈਪੂਟੇਸ਼ਨ ਦੇ ਖਿਆਲ ਰੱਖਦੇ ਹੋਏ ਜਿੰਨੇ ਵੀ ਰਾਜਸੀ ਕੈਦੀ ਨੇ ਇਹਨਾਂ ਦੀ ਰਿਹਾਈ ਦਾ ਛੇਤੀ ਤੋਂ ਛੇਤੀ ਪ੍ਰਬੰਧ ਕੀਤਾ ਜਾਵੇ, ਇਹੀ ਸਾਡਾ ਕਹਿਣਾ ਹੈ ਜੀ।
ਵੈਸੇ ਤੁਸੀਂ ਕਿਸੇ ਹੋਰ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਸ ਤਰ੍ਹਾਂ ਦੇਖਿਆ ਜੀ ਵੀ 25-30 ਸਾਲ ਬੰਦਾ ਜਿਹੜਾ ਆਪਣੀਆਂ ਜਿਹੜੇ ਲੋਕ ਸਜ਼ਾਵਾਂ ਕੀ ਕਹਿੰਦੇ ਹੁੰਦੇ ਕਈ ਕੱਟ ਕੇ ਬੈਠੇ ਆ, ਕਿਤੇ ਦੇਖਿਆ ਵੀ ਉਹਨਾਂ ਨੂੰ ਇਦਾਂ ਫੜਿਆ ਹੋਵੇ? ਇਹ ਸਿਹਰਾ ਜੀ ਕੇਵਲ ਤੇ ਕੇਵਲ ਹਿੰਦੁਸਤਾਨ ਸਰਕਾਰ ਨੂੰ ਜਾਂਦਾ ਹੈ। ਇਹ ਪਤਾ ਨਹੀਂ ਕਿਉਂ ਆਪਣੇ ਦੇਸ਼ ਦੀ ਕਿਉਂ ਇੰਨੀ ਮਿੱਟੀ ਇਹ ਜਿਹੜੇ ਰਾਜਸੀ ਆਗੂ ਨੇ ਕਿਉਂ ਨਹੀਂ ਉਹਨਾਂ ਨੂੰ ਆਪਣੇ ਮੁਲਕ ਦੀ ਇੰਨੀ ਮਿੱਟੀ ਪਲੀਤ ਕਰਵਾਉਂਦੇ ਨੇ, ਉਹਨਾਂ ਨੂੰ ਆ ਰਾਜਸੀ ਕਦਰਾਂ ਕੀਮਤਾਂ ਦਾ ਕਿਉਂ ਨਹੀਂ ਧਿਆਨ ਰੱਖਦੇ। ਇਹ ਬਹੁਤ ਅਫਸੋਸਨਾਕ ਹੈ। ਦੇਖੋ ਉਹ ਜਿਹੜੇ ਉਹ ਨੌਜਵਾਨ ਸੀਗੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਉਹਨਾਂ ਤੋਂ ਇਲਾਵਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ, ਤੁਸੀਂ ਭਾਵੇਂ ਕਾਂਗਰਸੀ ਆਗੂ ਨੇ, ਉਹਨਾਂ ਨੇ ਜੇਲ੍ਹਾਂ 'ਚ ਬਿਆਨ ਦਿੱਤਾ ਜੇਲ੍ਹਾਂ 'ਚ ਜਿਹੜੇ 80% ਬੰਦੇ ਨੇ ਉਹ ਨਿਰਦੋਸ਼ ਨੇ ਤੇ ਸਜ਼ਾਵਾਂ ਕੱਟ ਚੁੱਕੇ ਨੇ। ਸਿਸਟਮ ਇਹੋ ਜਿਹਾ, ਉਹਨਾਂ ਕੋਲ ਪੈਸੇ ਨਹੀਂ ਉਹ ਆਪਣਾ ਬੌਂਡ ਭਰ ਸਕਣ। ਉਹਨਾਂ ਦੀ ਜ਼ਮਾਨਤ ਵੀ ਪੂਰੀ ਹੋ ਚੁੱਕੀ, ਜ਼ਮਾਨਤ ਹੋ ਚੁੱਕੀ ਹੈ। ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹਨਾਂ ਕੋਲ ਬੌਂਡ ਭਰਨ ਵਾਸਤੇ ਪੈਸੇ ਨਹੀਂ। ਉਹ ਬੌਂਡ 25-25 30-30 ਹਜ਼ਾਰ 'ਚ ਮੁੱਲ ਵਿਕਦੇ ਨੇ, ਕਿਉਂਕਿ ਉਹਨਾਂ ਕੋਲ ਤਾਂ ਕੋਈ ਆਪਣੀ ਪ੍ਰਾਪਰਟੀ ਹੈ ਨਹੀਂ। ਉਹ 25-30 ਹਜ਼ਾਰ ਰਿਸ਼ਵਤ ਦੇ ਕੇ ਕਿਸੇ ਨੂੰ ਬੌਂਡ ਮੁੱਲ ਲੈਂਦੇ ਨੇ। ਐਦੋਂ ਸ਼ਰਮਨਾਕ ਗੱਲ ਹਿੰਦੁਸਤਾਨ ਵਾਸਤੇ ਕੋਈ ਹੋ ਨਹੀਂ ਸਕਦੀ। ਹਿੰਦੁਸਤਾਨ ਸਰਕਾਰ ਨੂੰ ਆਪਣੇ ਕਾਨੂੰਨਾਂ 'ਚ ਸੋਧ ਕਰਨੀ ਚਾਹੀਦੀ ਹੈ। ਜੇ ਜਿਹੜੇ ਇਹੋ ਜਿਹੇ ਲੱਖਾਂ ਹੀ ਲੋਕ ਜਿਹੜੇ ਕੇਵਲ ਗਰੀਬੀ ਕਰਕੇ ਅੰਦਰ ਬੈਠੇ ਨੇ ਕਿ ਉਹ ਆਪਣਾ ਪੈਸਾ ਹੀ ਨਹੀਂ ਸ਼ੋਅ ਕਰ ਸਕਦੇ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ। ਆਸ ਕਰਦੇ ਹਾਂ ਜੀ ਵੀ ਤੁਹਾਡਾ ਇਹ ਸੁਨੇਹਾ ਜਿਹੜਾ ਭਾਰਤ ਸਰਕਾਰ ਤਾਈਂ ਜ਼ਰੂਰ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਪਹੁੰਚੇਗਾ ਔਰ ਉਹ ਜ਼ਰੂਰ ਇਹ 'ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਜੀ ਵੀ ਜਿਹੜੇ ਲੋਕ ਸਜ਼ਾਵਾਂ ਕੱਟ ਚੁੱਕੇ ਆ ਜਾਂ ਜਿਹਨਾਂ ਬਿਨਾਂ ਦੋਸ਼ ਤੋਂ ਹੀ ਫੜ ਕੇ ਅੰਦਰ ਕੀਤਾ ਹੋਇਆ ਇੰਨੇ ਸਾਲ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।